ਮੇਰੇ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਜੈ ਮਸੀਹ ਦੀ। ਜੋ ਮੈਨੂੰ ਦੇਖ ਰਹੇ ਹਨ, ਜੋ ਮੈਨੂੰ ਸੁਣ ਰਹੇ ਹਨ, ਜੋ ਅੱਜ ਦੀ ਪੜ੍ਹਾਈ ਹੈ ਉਹ ਪਹਿਲਾ ਰਾਜਿਆਂ ਹੈ ਤੇ ਉਹਦਾ 17ਵਾਂ ਚੈਪਟਰ ਹੈ ਤੇ 8 ਤੋਂ ਲਾ ਕੇ 16 ਤੱਕ ਪੜਾਂਗਾ। ਫਰਸਟ ਕਿੰਗ ਚੈਪਟਰ 17 8 to 16। ਬਾਈਬਲ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ ਅਲੀਯਾ ਜਾਂ ਨਬੀ ਸੀ, ਉਹਦੇ ਨਾਲ ਕੀ ਬੀਤਿਆ ਸੀ। ਤੇ ਆਪਾਂ ਦੇਖਦੇ ਹਾਂ ਇਸ ਚੈਪਟਰ ਦੇ ਵਿੱਚ 16ਵੇਂ ਚੈਪਟਰ ਵਿੱਚ ਤੇ 17ਵੇਂ ਚੈਪਟਰ ਤੱਕ 8ਵੀਂ ਆਇਤ ਤੱਕ ਇਦਾਂ ਹੋਇਆ ਕਿ ਇੱਕ ਰਾਜਾ ਸੀ ਜੋ ਉਸ ਦੇਸ਼ ਵਿੱਚ, ਇਜ਼ਰਾਈਲ ਦੇਸ਼ ਵਿੱਚ ਰਾਜ ਕਰਦਾ ਸੀ। ਉਹਨੂੰ ਰਾਜ ਕਰਦੇ ਨੂੰ 22 ਸਾਲ ਹੋ ਗਏ ਸਨ, ਬਾਈਬਲ ਦੱਸਦੀ ਹੈ। ਤੇ ਜਦੋਂ ਰਾਜ ਕਰਦਾ ਸੀ ਉਸਨੇ ਬਹੁਤ ਸਾਰੀ ਬੁਰਾਈ ਕੀਤੀ, ਪਰਮੇਸ਼ਰ, ਜਿਉਂਦੇ ਪਰਮੇਸ਼ਰ ਦੇ ਅੱਗੇ ਬਹੁਤ ਸਾਰੀ ਬੁਰਾਈ ਕੀਤੀ ਤੇ ਪਰਮੇਸ਼ਰ ਨੂੰ ਬਹੁਤ ਸਾਰਾ ਉਹਦੇ ਉੱਪਰ ਕ੍ਰੋਧ ਆਇਆ। ਤੇ ਅਲੀਯਾ ਨਬੀ ਸੀ ਉੱਥੇ ਇੱਕ ਦੇਸ਼, ਉਸ ਦੇਸ਼ ਵਿੱਚ। ਤੇ ਅਲੀਯਾ ਨਬੀ ਰਾਜੇ ਦੇ ਕੋਲ ਜਾਂਦਾ, ਉਹਨੂੰ ਜਾ ਕੇ ਕਹਿੰਦਾ ਹੈ ਕਿ ਮੈਨੂੰ ਸੱਚੇ ਪਰਮੇਸ਼ਰ ਦੀ ਸਹੁੰ ਲੱਗੇ, ਜਿਸ ਪਰਮੇਸ਼ਰ ਨੂੰ ਕਹਿੰਦਾ ਮੈਂ ਮੰਨਦਾ ਹਾਂ, ਜੋ ਇਜ਼ਰਾਈਲ ਦਾ ਪਰਮੇਸ਼ਵਰ ਹੈ, ਮੈਨੂੰ ਉਹਦੀ ਸਹੁੰ ਲੱਗੇ ਕਿ ਮੈਂ ਇਸ ਦੇਸ਼ ਵਿੱਚ ਕਦੀ ਵੀ ਮੀਂਹ ਨਾ ਪਊਗਾ ਜਿੰਨੇ ਚਿਰ ਮੈਂ ਮੁੜ ਕੇ ਫੇਰ ਨਾ ਕਹਾਂ। ਤੇ ਯਹੋਵਾ ਪਰਮੇਸ਼ਵਰ ਨੇ ਅਲੀਯਾ ਨਬੀ ਨੂੰ ਆਖਿਆ ਕਿ ਤੂੰ ਇੱਥੋਂ ਚਲੀ ਜਾ, ਆਪਣੇ ਆਪ ਨੂੰ ਲੁਕੋ ਲੈ ਤੇ ਯਰਦਨ ਨਦੀ ਦੇ ਕੋਲ ਜਾ। ਉੱਥੇ ਇੱਕ ਛੋਟਾ ਜਿਹਾ ਨਾਲਾ ਜਾਂਦਾ ਹੈ ਪਾਣੀ ਵਾਲਾ, ਤੂੰ ਉੱਥੇ ਜਾ ਕੇ ਆਪਣਾ ਡੇਰਾ ਲਾ। ਉੱਥੇ ਮੈਂ ਤੇਰੇ ਵਾਸਤੇ ਪ੍ਰਬੰਧ ਕੀਤਾ ਹੋਇਆ ਹੈ ਖਾਣੇ ਪੀਣੇ ਵਾਸਤੇ। ਕਾਂ, ਪਹਾੜੀ ਕਾਂ ਆਇਆ ਕਰਨਗੇ, ਉਹ ਸੁਬਾਹ ਨੂੰ ਆਣ ਕੇ ਤੈਨੂੰ ਮਾਸ ਤੇ ਰੋਟੀ ਲਿਆ ਕੇ ਖਾਣ ਨੂੰ ਦਿਆ ਕਰਨਗੇ। ਫਿਰ ਤੈਨੂੰ ਸ਼ਾਮ ਨੂੰ ਵੀ ਉਹੀ ਕਾਂ ਆਇਆ ਕਰਨਗੇ ਤੇ ਮਾਸ ਤੇ ਰੋਟੀ ਦੋਨੇ ਲੈ ਕੇ ਤੇਰੇ ਕੋਲ ਲੈ ਕੇ ਆਇਆ ਕਰਨਗੇ ਤੇ ਤੂੰ ਖਾ ਕੇ ਪਾਣੀ ਪੀ ਕੇ ਰਾਜਿਆ ਕਰੀਂ। ਸੋ ਇਸੇ ਤਰੀਕੇ ਨਾਲ ਹੁੰਦਾ ਗਿਆ। ਉਸ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਉਹ ਜਿਹੜਾ ਨਾਲਾ ਸੀ ਪਾਣੀ ਵਾਲਾ, ਉਹ ਸੁੱਕ ਗਿਆ, ਪਾਣੀ ਉਹ ਵਿੱਚੋਂ ਖਤਮ ਹੋ ਗਿਆ। ਫਿਰ ਯਹੋਵਾ ਦਾ ਬਚਨ ਇਸ ਨਬੀ ਨੂੰ ਆਇਆ। ਉੱਥੋਂ ਮੈਂ ਹੁਣ ਬਾਈਬਲ ਪੜ੍ਹਨ ਲੱਗਾ ਹਾਂ। ਇੱਥੇ ਇਸ ਤਰੀਕੇ ਲਿਖਿਆ ਗਿਆ ਹੈ, ਤਾਂ ਯਹੋਵਾ ਦਾ ਬਚਨ ਉਸ ਨਬੀ ਨੂੰ ਆਇਆ ਕਿ ਉੱਠ ਅਤੇ ਸਿਦਿਓਨ ਦੇ ਸਰਫਤ ਨੂੰ ਚਲਾ ਜਾ, ਉੱਥੇ ਜਾ ਕੇ ਟਿਕ। ਇਹ ਇੱਕ ਦੇਸ਼ ਦਾ ਇਲਾਕਾ ਸੀ ਜਿੱਥੇ ਉਹਨੂੰ ਜਾ ਕੇ ਕਹਿੰਦਾ ਤੂੰ ਉੱਥੇ ਜਾ ਕੇ ਚੱਲ ਜਾ। ਤੇ ਵੇਖ, ਮੈਂ ਇੱਕ ਵਿਧਵਾ ਔਰਤ ਨੂੰ ਹੁਕਮ ਦਿੱਤਾ ਹੈ ਕਿ ਉਹ ਤੇਰੀ ਪਾਲਣਾ ਕਰੇ। ਸੋ ਉਹ ਉੱਠਿਆ ਅਤੇ ਸਰਫਤ ਨੂੰ ਚਲੇ ਗਿਆ ਅਤੇ ਜਾਂ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ ਤਾਂ ਵੇਖੋ ਉੱਥੇ ਇੱਕ ਵਿਧਵਾ ਲੱਕੜੀਆਂ ਚੁਗਦੀ ਸੀ। ਤਾਂ ਉਹ ਉਹਨੂੰ ਉੱਚੀ ਦਿੱਤੀ ਆਖਿਆ ਜਰਾ ਮੈਨੂੰ ਆਪਣੇ ਭਾਂਡੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਲਿਆ ਦੇ ਤੇ ਮੈਂ ਪੀ ਲਵਾਂ। ਜਦ ਉਹ ਲਿਆਉਣ ਲਈ ਚੱਲੀ ਤਾਂ ਉਸਨੇ, ਅਲੀਯਾ ਨਬੀ ਨੇ ਫਿਰ ਉੱਚੀ ਦਿੱਤੀ ਆਖਿਆ ਜਰਾ ਇੱਕ ਚੱਪਾ ਟੁਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆਵੀਂ, ਜਾਣੀ ਕਿ ਰੋਟੀ ਦਾ ਟੁਕੜਾ ਲੈਂਦੀ ਆਵੀਂ, ਕਿਉਂਕਿ ਅੱਗੋਂ ਉਸਨੇ ਆਖਿਆ ਜਿਉਂਦੇ ਯਹੋਵਾ ਤੇਰੇ ਪਰਮੇਸ਼ਰ ਦੀ ਸਹੁੰ, ਮੇਰੇ ਕੋਲ ਕੁਝ ਵੀ ਨਹੀਂ, ਰਿੱਧਾ ਨਾ ਪੱਕਾ ਹੈ, ਪਰ ਇੱਕ ਤੋਲੇ ਵਿੱਚ, ਇੱਕ ਪੀਪੇ ਵਿੱਚ ਇੱਕ ਮੁੱਠ ਆਟੇ ਦੀ ਆ ਅਤੇ ਥੋੜ੍ਹਾ ਜਿਹਾ ਤੇਲ ਇੱਕ ਕੁੱਜੀ ਵਿੱਚ ਹੈ। ਅਤੇ ਵੇਖ, ਮੈਂ ਇਹ ਦੋ ਕਲਕੜੀਆਂ ਝੁਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਤੇ ਆਪਣੇ ਪੁੱਤਰ ਲਈ ਪਕਾਵਾਂ, ਤਾਂ ਜੋ ਅਸੀਂ ਉਹਨੂੰ ਖਾਈਏ ਅਤੇ ਮਰੀਏ। ਤਾਂ ਅਲੀਯਾ ਨੇ ਉਸ ਨੂੰ ਆਖਿਆ ਨਾ ਡਰ, ਜਾ ਅਤੇ ਆਪਣੀ ਗੱਲ ਦੇ ਅਨੁਸਾਰ ਕਰ, ਪਰ ਪਹਿਲਾਂ ਉਸ ਵਿੱਚੋਂ ਮੇਰੇ ਲਈ ਇੱਕ ਮੰਨੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਲਈ ਪਕਾਈ, ਕਿਉਂ ਜੋ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਇਉਂ ਆਖਦਾ ਹੈ ਕਿ ਨਾ ਪੀਪੇ ਵਿੱਚੋਂ ਆਟਾ ਮੁੱਕੇਗਾ ਤੇ ਨਾ ਕੁੱਜੀ ਦਾ ਤੇਲ ਘਟੇਗਾ,
ਜਿੰਨਾ ਚਿਰ ਯਹੋਵਾ ਜ਼ਮੀਨ ਉੱਤੇ ਮੀਂਹ ਨਾ ਪਾਵੇ। ਤਾਂ ਉਹ ਗਈ ਅਤੇ ਏਲੀਯਾ ਦੇ ਆਖਣ ਅਨੁਸਾਰ ਕੀਤਾ। ਫਿਰ ਇਹ ਅਤੇ ਉਹ ਤੇ ਉਹਦਾ ਘਰਾਣਾ ਕਈ ਦਿਨਾਂ ਤੱਕ ਖਾਂਦੇ ਰਹੇ, ਤੇ ਨਾ ਪਿੱਪੇ ਵਿੱਚੋਂ ਆਟਾ ਮੁੱਕਿਆ ਤੇ ਨਾ ਕੁਝ ਵਿੱਚੋਂ ਤੇਲ ਘਟਿਆ। ਇਹ ਯਹੋਵਾ ਦਾ ਉਸ ਬਚਨ ਅਨੁਸਾਰ ਹੋਇਆ ਜੋ ਉਸਨੇ ਏਲੀਯਾ ਦੇ ਰਾਹੀਂ ਬੋਲਿਆ ਸੀ। ਸ਼ਾਇਦ ਤੁਹਾਨੂੰ ਬਾਲੀ ਸਮਝ ਨਾ ਲੱਗੀ ਹੋਵੇਗੀ ਜੋ ਤੁਹਾਡੇ ਮੂਹਰੇ ਹਿੱਸਾ ਪੜ੍ਹਿਆ ਗਿਆ। ਤੇ ਜਦੋਂ ਉਹ ਨਾਲਾ ਸੁੱਕ ਗਿਆ ਸੀ ਤੇ ਉਸ ਤੋਂ ਬਾਅਦ ਵਿੱਚ ਪਿਤਾ ਪਰਮੇਸ਼ਰ ਦਾ ਬਚਨ ਫਿਰ ਏਲੀਯਾ ਨੂੰ ਆਉਂਦਾ ਹੈ ਕਿ ਤੂੰ ਇੱਕ ਵਿਧਵਾ ਔਰਤ ਦੇ ਘਰ ਚਲ ਜਾ, ਉੱਥੇ ਜਾ ਕੇ ਤੂੰ ਰਹਿਣਾ ਆ, ਉਹ ਤੇਰੀ ਦੇਖਭਾਲ ਕਰੇਗੀ, ਉਹ ਤੈਨੂੰ ਖਾਣਾ ਖਾਣ ਨੂੰ ਦੇਵੇਗੀ। ਤੂੰ ਵਿਧਵਾ ਔਰਤ ਦੇ ਕੋਲ ਜਾਂਦਾ ਹੀ ਹੈ। ਤੂੰ ਵਿਧਵਾ ਔਰਤ ਲੱਕੜੀਆਂ ਚੁਗਦੀ ਹੁੰਦੀ ਆ, ਆਪਣੇ ਫਾਟਕ ਦੇ ਕੋਲ, ਗੇਟ ਦੇ ਕੋਲ ਲੱਕੜੀਆਂ ਚੁਗਦੀ ਸੀ। ਤੇ ਉਹਨੂੰ ਉੱਚੀ ਆਵਾਜ਼ ਨਾਲ ਦੇ ਕਹਿਣ ਲੱਗਾ ਕਿ ਮੇਰੇ ਲਈ ਇੱਕ ਪਾਣੀ ਦਾ ਗਲਾਸ ਲਿਆ ਦੇ ਮੈਨੂੰ ਪੀਣ ਵਾਸਤੇ। ਤੇ ਨਾਲ ਕਹਿੰਦੀ ਆਉਂਦੀ ਹੋਈ ਚੱਪਕ ਰੋਟੀ ਲੈ ਆਈ, ਮੈਂ ਉਹ ਵੀ ਖਾ ਲੂੰਗਾ। ਤੇ ਵਿਧਵਾ ਔਰਤ ਨੇ ਉਸਨੂੰ ਜਵਾਬ ਦਿੱਤਾ, ਕਹਿੰਦੀ ਮੈਨੂੰ ਜਿਉਂਦੇ ਪਰਮੇਸ਼ਰ ਦੀ ਸਹੁੰ, ਮੇਰੇ ਘਰ ਵਿੱਚ ਕੁਛ ਵੀ ਪੱਕਾ ਨਹੀਂ ਹੈ ਤੇ ਨਾ ਮੇਰੇ ਘਰ ਵਿੱਚ ਕੁਛ ਆ। ਮੇਰੇ ਪਤੀਲੇ ਵਿੱਚ ਇੱਕ ਮੁੱਠ ਆਟਾ ਆ ਤੇ ਕੁੱਜੀ ਵਿੱਚ ਥੋੜ੍ਹਾ ਜਿਹਾ ਤੇਲ ਆ। ਇਸ ਲਈ ਕਰਕੇ ਮੈਂ ਲੱਕੜੀਆਂ ਚੁਗ ਰਹੀ ਹਾਂ ਕਿ ਅਸੀਂ ਜਦੋਂ ਖਾ ਲਵਾਂਗੇ ਤੇ ਖਾ ਕੇ ਅਸੀਂ ਦੋਨਾਂ ਨੇ ਮਰ ਜਾਣਾ। ਮੇਰਾ ਇੱਕ ਪੁੱਤਰ ਹੈ ਤੇ ਇੱਕ ਮੈਂ ਆ, ਅਸੀਂ ਦੋਨਾਂ ਨੇ ਫਿਰ ਬਾਅਦ ਵਿੱਚ ਮਰ ਜਾਣਾ ਹੈ, ਕਿਉਂਕਿ ਸਾਡੇ ਕੋਲ ਹੋਰ ਕੁਛ ਹੈ ਨਹੀਂ, ਕਿਉਂਕਿ ਦੇਸ਼ ਵਿੱਚ ਕਾਲ ਪਿਆ ਹੋਇਆ ਸੀ। ਸੋ ਉਸ ਨਬੀ ਨੇ ਕਿਹਾ, ਨਾ ਡਰ, ਜਿਉਂਦੇ ਪਰਮੇਸ਼ਰ ਤੇ ਆਪਣੀ ਆਸ ਹੋਣੀ ਚਾਹੀਦੀ ਹੈ। ਉਸਨੇ ਕਿਹਾ ਖਾਣ ਤੋਂ ਪਹਿਲਾਂ ਮੇਰੇ ਲਈ ਇੱਕ ਮੰਨੀ ਪਕਾ ਕੇ ਲਿਆਈ, ਤੁਸੀਂ ਬਾਅਦ ਵਿੱਚ ਖਾਇਓ। ਦੇਖਿਓ, ਜਿਉਂਦੇ ਪਰਮੇਸ਼ਰ ਪਹਿਲਾਂ ਆਪਣੇ ਨਬੀ ਦੀ ਖਿਆਲ ਕੀਤਾ। ਇੱਥੇ ਪਹਿਲਾਂ ਉਹ ਕਹਿੰਦਾ ਮੇਰੇ ਵਾਸਤੇ ਖਾਣਾ ਲਿਆਈ, ਫਿਰ ਤੁਸੀਂ ਬਾਅਦ ਵਿੱਚ ਖਾਇਓ। ਤੇ ਉਹ ਖਾਂਦੇ ਰਹੇ, ਬਹੁਤ ਚਿਰ ਖਾਂਦੇ ਰਹੇ, 3-4 ਮਹੀਨੇ ਜਾਂ ਸਾਲ ਭਰ ਖਾਂਦੇ ਰਹੇ, ਪਤਾ ਨਹੀਂ ਕਿੰਨਾ ਚਿਰ ਉਹਨਾਂ ਨੇ ਖਾਧਾ। ਨਾ ਪੀਪੇ ਵਿੱਚੋਂ ਆਟਾ ਮੁੱਕਿਆ ਤੇ ਨਾ ਕੁੱਜੀ ਵਿੱਚੋਂ ਤੇਲ ਘਟਿਆ। ਮੇਰੇ ਭੈਣੋ ਭਰਾਵੋ, ਇਹ ਸੀ ਜੋ ਮੈਂ ਤੁਹਾਡੇ ਸਾਹਮਣੇ ਅੱਜ ਸ਼ਬਦ ਪੜ੍ਹੇ। ਤੇ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਜੋ ਸਾਡਾ ਪਰਮੇਸ਼ਵਰ ਹੈ ਉਹਦੇ ਉੱਪਰ ਆਪਣਾ ਵਿਸ਼ਵਾਸ ਕਿਹੋ ਜਿਹਾ ਹੋਣਾ ਚਾਹੀਦਾ ਹੈ। ਵਿਧਵਾ ਔਰਤ ਦਾ ਵਿਸ਼ਵਾਸ ਤੇ ਨਬੀ ਦਾ ਵਿਸ਼ਵਾਸ ਪਰਮੇਸ਼ਰ ਦੇ ਉੱਤੇ ਸੀ। ਅੱਜ ਮੈਂ ਇਹਦੇ ਉੱਪਰ ਗੱਲ ਕਰਾਂਗਾ। ਪਹਿਲਾਂ ਮੈਂ ਏਲੀਯਾ ਨਬੀ ਦਾ ਜੋ ਵਿਸ਼ਵਾਸ ਸੀ ਪਰਮੇਸ਼ਰ ਉੱਤੇ, ਉਹਦੇ ਗੱਲ ਪਹਿਲੇ ਦੱਸਣ ਲੱਗਾ ਹਾਂ। ਉਹਦਾ ਵਿਸ਼ਵਾਸ ਪਰਮੇਸ਼ਰ ਉੱਤੇ ਬਹੁਤ ਸੀ। ਆਪਾਂ ਨੂੰ ਪਤਾ ਲੱਗਦਾ ਕਿ ਪਹਿਲਾਂ ਉਹਦਾ ਵਿਸ਼ਵਾਸ ਕਿਹੋ ਜਿਹਾ ਸੀ। ਜਦੋਂ ਕਾਂ ਉਹਨੂੰ ਲਿਆ ਕੇ ਰੋਟੀ ਦਿੰਦੇ ਸੀ, ਮਾਸ ਦਿੰਦੇ ਸੀ ਖਾਣ ਨੂੰ, ਤੇ ਉਹ ਰੱਜ ਕੇ ਖਾਂਦਾ ਹੁੰਦਾ ਸੀ। ਤੇ ਹੁਣ ਉਸੇ ਵਿਸ਼ਵਾਸ ਦੇ ਨਾਲ ਪਰਮੇਸ਼ਰ ਨੇ ਉਹਨੂੰ ਵਿਧਵਾ ਔਰਤ ਦੇ ਕੋਲ ਪਹੁੰਚਾਇਆ। ਤੇ ਉਹਦਾ ਵਿਸ਼ਵਾਸ ਬਹੁਤ ਸੀ ਪਰਮੇਸ਼ਰ ਦੇ ਉੱਤੇ। ਤੇ ਬਹੁਤ ਸਾਰੇ ਬਹਾਨੇ ਬਣਾ ਸਕਦਾ ਸੀ ਏਲੀਯਾ ਨਬੀ ਕਿ ਉਹ ਵਿਧਵਾ ਔਰਤ ਹੈ, ਉਹ ਗਰੀਬਣ ਹੈ, ਮੈਨੂੰ ਕੀ ਖਾਣ ਨੂੰ ਦੇਵੇਗੀ। ਪਰ ਉਸਨੇ ਕੋਈ ਬਹਾਨਾ ਨਹੀਂ ਬਣਾਇਆ, ਉਹਦੇ ਮੂਹਰੇ ਕੋਈ ਸਵਾਲ ਨਹੀਂ ਪੈਦਾ ਕੀਤਾ ਪਰਮੇਸ਼ਰ ਦੇ ਮੂਹਰੇ, ਬਲਕਿ ਉਹ ਆਗਿਆਕਾਰੀ ਬਣਿਆ। ਤੇ ਪਰਮੇਸ਼ਰ ਨੇ ਉਹਨੂੰ ਵਿਸ਼ਵਾਸ ਕੀਤਾ। ਜਦੋਂ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਤੇ ਉਹ ਉਸਦੇ ਘਰ ਵਿੱਚ ਗਿਆ ਤੇ ਥੋੜ੍ਹੇ ਚਿਰ ਲਈ ਉੱਥੇ ਰਿਹਾ ਤੇ ਉਸਦੀ ਸਾਰੀ ਜ਼ਰੂਰਤਾਂ ਪੂਰੀਆਂ ਕੀਤੀਆਂ ਗਈਆਂ। ਸਾਡਾ ਵਿਸ਼ਵਾਸ ਵੀ ਕਿਹੋ ਜਿਹਾ ਹੈ ਇਸ ਵੇਲੇ? ਸਾਡਾ ਵਿਸ਼ਵਾਸ ਪਰਮੇਸ਼ਰ ਉੱਤੇ ਕਿਹੋ ਜਿਹਾ ਹੈ? ਜੇਕਰ ਪ੍ਰਭੂ ਤੁਹਾਨੂੰ ਘੱਲੇ, ਕੀ ਤੁਸੀਂ ਜਾਣ ਨੂੰ ਤਿਆਰ ਹੋ, ਜਾਂ ਕਿ ਤੁਸੀਂ ਕੋਈ ਨਾ ਕੋਈ ਬਹਾਨਾ ਬਣਾਵੋਗੇ? ਦੇਖੋ, ਦੁਨੀਆ ਵਿੱਚ ਕਿੰਨੇ ਮਿਸ਼ਨਰੀ ਜਾਂਦੇ ਹਨ ਬਾਹਰ, ਪਰਮੇਸ਼ਰ ਦਾ ਕਲਾਮ ਲੈ ਕੇ, ਪਰਮੇਸ਼ਰ ਦੀ ਆਵਾਜ਼ ਸੁਣ ਕੇ, ਪਰਮੇਸ਼ਰ ਉੱਤੇ ਵਿਸ਼ਵਾਸ ਰੱਖ ਕੇ, ਪਰਮੇਸ਼ਰ ਦੇ ਆਗਿਆਕਾਰੀ ਬਣ ਕੇ, ਪਰਮੇਸ਼ਰ ਉੱਪਰ ਟਰਸਟ ਰੱਖ ਕੇ। ਸੋ ਮੇਰੇ ਭੈਣੋ ਭਰਾਵੋ, ਆਪਣਾ ਵਿਸ਼ਵਾਸ ਇਹ ਏਲੀਯਾ ਵਰਗਾ ਹੋਣਾ ਚਾਹੀਦਾ ਹੈ, ਕਿਉਂਕਿ ਉਹ ਵੀ ਤੁਹਾਡੇ ਵਰਗਾ ਤੇ ਮੇਰੇ ਵਰਗਾ ਹੀ ਆ, ਬਾਈਬਲ ਦੱਸਦੀ ਹੈ। ਤੇ ਫਿਰ ਆਪਾਂ ਦੇਖਦੇ ਹਾਂ ਕਿ ਜੋ ਵਿਧਵਾ ਔਰਤ ਸੀ, ਉਹਦਾ ਵੀ ਵਿਸ਼ਵਾਸ ਪਰਮੇਸ਼ਰ ਦੇ ਉੱਤੇ ਸੀ। ਜਦੋਂ ਦੱਸਣ ਲੱਗੀ ਏਲੀਯਾ ਨੂੰ ਕਿ ਮੇਰੇ ਕੋਲ ਤਾਂ ਸਿਰਫ
ਇੰਨਾ ਕੁ ਆਟਾ ਆ ਤੇ ਇੰਨਾ ਕੁ ਤੇਲ ਆ, ਅਸੀਂ ਇਹ ਖਾਣਾ ਹੈ ਦੋਨਾਂ ਨੇ, ਅੱਜ ਰਾਤ ਨੂੰ ਪਕਾ ਖਾ ਲੈਣਾ ਆ ਤੇ ਬਾਅਦ ਵਿੱਚ ਅਸੀਂ ਮਰ ਜਾਣਾ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਘਾਲ ਪਿਆ ਹੋਇਆ ਹੈ। ਪਰ ਉਸਨੇ ਕਿਹਾ, ਵਿਧਵਾ ਔਰਤ ਨੂੰ ਕਿਹਾ, ਅਲੀਯਾ ਨਬੀ ਨੇ, ਕਹਿੰਦਾ ਨਾ ਡਰ, ਜਿਉਂਦੇ ਪਰਮੇਸ਼ਰ ਦੀ ਸਹੁੰ, ਪਰਮੇਸ਼ਰ ਜੋ ਸਾਡਾ ਹੈ ਉਹ ਸਾਨੂੰ ਸ਼ਰਮਿੰਦਾ ਨਹੀਂ ਹੋਣ ਦੇਵੇਗਾ। ਤੇ ਉਸਨੇ ਕਿਹਾ ਤੁਸੀਂ ਖਾਣ ਤੋਂ ਪਹਿਲਾਂ ਪਹਿਲਾਂ ਮੈਨੂੰ ਕਹਿੰਦਾ ਇੱਕ ਮੰਨੀ ਪਕਾ ਕੇ ਦਿਓ। ਪਹਿਲਾਂ ਟੁਕੜਾ ਮੰਗਦਾ ਸੀਗਾ, ਫਿਰ ਕਹਿੰਦਾ ਹੁਣ ਕਹਿੰਦਾ ਮੇਰੇ ਵਾਸਤੇ ਇੱਕ ਮੰਨੀ ਲੈ ਕੇ ਆਇਓ, ਮੰਨੀ ਪਕਾ ਕੇ ਲਿਆਇਓ, ਫਿਰ ਤੁਸੀਂ ਕਹਿੰਦਾ ਆਪਣੇ ਬਾਅਦ ਵਿੱਚ ਤੁਸੀਂ ਖਾਇਓ। ਤੇ ਉਸ ਵਿਧਵਾ ਔਰਤ ਨੇ ਇਸੇ ਤਰੀਕੇ ਨਾਲ ਕੀਤਾ। ਦੇਖੋ ਉਹਦਾ ਕਿੰਨਾ ਵਿਸ਼ਵਾਸ ਪਰਮੇਸ਼ਰ ਉੱਤੇ ਹੋ ਗਿਆ ਕਿ ਇਹ ਪਰਮੇਸ਼ਰ ਦਾ ਬੰਦਾ ਹੈ, ਜੋ ਇਹ ਮੂੰਹ ਚੋਂ ਸ਼ਬਦ ਬੋਲਦਾ ਹੈ ਉਹ ਸੱਚੇ ਹਨ, ਕਿਉਂਕਿ ਇਹਦਾ ਪਰਮੇਸ਼ਰ ਸੱਚਾ ਹੈ। ਸੋ ਉਸ ਵਿਧਵਾ ਔਰਤ ਦਾ ਵਿਸ਼ਵਾਸ ਪਰਮੇਸ਼ਰ ਉੱਤੇ ਬਹੁਤ ਸੀ। ਤੇ ਪਤਾ ਨਹੀਂ ਕਿੰਨੇ ਚਿਰ ਕਿੰਨੇ ਸਾਲ ਉਹ ਖਾਂਦੇ ਰਹੇ ਉਸ ਭੋਜਨ, ਉਸ ਥੋੜੇ ਜਿਹੇ ਆਟੇ ਵਿੱਚੋਂ ਤੇ ਉਸ ਕੁੱਜੀ ਵਿੱਚ ਜੋ ਤੇਲ ਸੀ ਉਹਦੇ ਵਿੱਚੋਂ। ਪਤਾ ਨਹੀਂ, ਹੋ ਸਕਦਾ ਮਹੀਨੇ ਜਾਂ ਸਾਲ, ਕਿੰਨਾ ਚਿਰ ਖਾਂਦੇ ਰਹੇ, ਪਰ 3 ਜਣੇ ਖਾਂਦੇ ਰਹੇ। ਤੇ ਬਾਈਬਲ ਦੱਸਦੀ ਹੈ ਕਿ ਜੋ ਔਰਤ ਸੀ ਉਹਨੇ ਕਿਹਾ ਤੂੰ ਸੱਚੀ ਮੁੱਚੀ ਪਰਮੇਸ਼ਰ ਦਾ ਸੱਚਾ ਬੰਦਾ ਹੈ, ਤੇਰੇ ਮੂੰਹ ਵਿੱਚ ਜੋ ਸ਼ਬਦ ਹਨ ਉਹ ਸੱਚੇ ਹਨ, ਤੇ ਤੂੰ ਸੱਚੀ ਮੁੱਚੀ ਆਪਣੇ ਪਰਮੇਸ਼ਰ ਦੇ ਵਾਅਦਿਆਂ ਦੇ ਉੱਪਰ ਪੱਕਾ ਖੜਾ ਰਹਿੰਦਾ ਹੈ। ਇਹ ਬਾਈਬਲ ਦੱਸਦੀ ਹੈ। ਤੇ ਵਿਧਵਾ ਔਰਤ ਨੇ ਵੀ ਪਰਮੇਸ਼ਰ ਦੇ ਵਾਅਦਿਆਂ ਨੂੰ ਫੜੀ ਰੱਖਿਆ, ਉਹਦੇ ਉੱਪਰ ਵਿਸ਼ਵਾਸ ਰੱਖਿਆ। ਸੋ ਮੇਰੇ ਭੈਣੇ ਭਰਾਵੋ, ਜੋ ਸਾਡਾ ਪਰਮੇਸ਼ਵਰ ਹੈ ਉਹ ਚਮਤਕਾਰ ਕਰਨ ਵਾਲਾ ਪਰਮੇਸ਼ਵਰ ਹੈ। ਉਹ ਇੰਨੇ ਕੁ ਆਟੇ ਨਾਲ ਤੇ ਇੰਨੇ ਕੁ ਤੇਲ ਦੇ ਨਾਲ ਸ਼ਾਇਦ ਪਤਾ ਨਹੀਂ ਕਿੰਨਾ ਚਿਰ ਉਹ ਖਾਂਦੇ ਰਹੇ ਤੇ ਉਹ ਚੀਜ਼ ਮੁੱਕਣ ਦਿੱਤੀ। ਪਰਮੇਸ਼ਰ ਚਮਤਕਾਰ ਕਰਨ ਵਾਲਾ ਪਰਮੇਸ਼ਵਰ ਹੈ। ਆਪਾਂ ਨਵੇਂ ਨਿਯਮ ਵਿੱਚ ਵੀ ਪੜ੍ਹਦੇ ਹਾਂ, 5 ਰੋਟੀਆਂ 2 ਮੱਛੀਆਂ ਦੇ ਨਾਲ ਹੁਣ 5000 ਲੋਕਾਂ ਨੂੰ ਖਾਣਾ ਖਿਲਾਤਾ ਤੇ ਬਹੁਤ ਸਾਰੇ ਟੁਕੜੇ ਹੋਰ ਵੀ ਬਚ ਗਏ ਸਨ। ਸਾਡਾ ਪਰਮੇਸ਼ਰ ਸਾਨੂੰ ਸਾਡੀ ਦੇਖਭਾਲ ਕਰਨੀ ਜਾਣਦਾ ਹੈ। ਸੋ ਤੁਸੀਂ ਵੀ ਆਪਣਾ ਵਿਸ਼ਵਾਸ ਪਰਮੇਸ਼ਰ ਉੱਤੇ ਲਾਈ ਰੱਖੋ। ਹੋਰ ਵੀ ਆਪਾਂ ਨੂੰ ਬਹੁਤ ਤਰ੍ਹਾਂ ਦੀ ਸਿੱਖਿਆ ਇਸ ਹਿੱਸੇ ਵਿੱਚੋਂ ਮਿਲ ਸਕਦੀ ਹੈ। ਬਹੁਤ ਤਰ੍ਹਾਂ ਦੇ ਲੋਕੀ ਤਰ੍ਹਾਂ ਦੀ ਸਿੱਖਿਆ ਦੇ ਸਕਦੇ ਹਨ। ਆਪਾਂ ਕਹਿ ਸਕਦੇ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ। ਉਹ ਹਰ ਇੱਕ ਆਪਣੇ ਜਲਾਲ ਲਈ, ਹਰ ਇੱਕ ਨੂੰ ਆਪਣੇ ਜਲਾਲ ਲਈ ਤੇ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰ ਸਕਦਾ ਹੈ। ਚਾਹੇ ਉਹ ਨੌਜਵਾਨ ਹੋਣ, ਚਾਹੇ ਉਹ ਪਰਿਵਾਰ ਵਾਲੇ ਹੋਣ, ਚਾਹੇ ਉਹ ਵਿਧਵਾ ਹੋਣ। ਇਹ ਪ੍ਰਭੂ ਸਾਡਾ ਵਿਸ਼ਵਾਸ ਤੇ ਆਗਿਆਕਾਰੀ ਟਰੁੱਸ ਦੇਖਦਾ ਹੈ ਕਿ ਸਾਡਾ ਵਿਸ਼ਵਾਸ ਉਹਦੇ ਉੱਪਰ ਕਿਤਨਾ ਕੁ ਜਿਉਂਦੇ ਪ੍ਰਭੂ ਤੇ ਸਾਡਾ ਵਿਸ਼ਵਾਸ ਹੈ। ਸੋ ਮੇਰੇ ਭੈਣੋ ਭਰਾਵੋ, ਆਪਾਂ ਨੂੰ ਆਗਿਆਕਾਰੀ ਬਣਨ ਦੀ ਲੋੜ ਹੈ। ਭਾਵੇਂ ਤੁਸੀਂ ਜਿੰਨੇ ਵੀ ਤੁਸੀਂ ਪੜ੍ਹੇ ਲਿਖੇ ਹੋ, ਚਾਹੇ ਕੁਛ ਵੀ ਹੋ, ਤੁਸੀਂ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰ ਸਕਦਾ ਹੈ, ਉਹ ਆਪਣੇ ਕੰਮਾਂ ਵਾਸਤੇ ਤੇ ਆਪਣੇ ਜਲਾਲ ਵਾਸਤੇ। ਨਵੇਂ ਨਿਯਮ ਵਿੱਚ ਵੀ ਆਪਾਂ ਪੜ੍ਹਦੇ ਹਾਂ, ਇੱਕ ਵਿਧਵਾ ਔਰਤ ਸੀ ਜਿਸ ਨੇ ਉਹ ਕੋ ਦੋ ਹੀ ਦਮੜੀਆਂ ਸਨ, ਇੱਕ ਧੇਲਾ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ, ਤੇ ਉਹਨੇ ਉਹੀ ਜੋ ਕੁਛ ਸੀ ਉਹਨੇ ਉਹ ਚੰਦਾ ਪਾ ਦਿੱਤਾ। ਤੇ ਪਰਮੇਸ਼ਰ ਦੀ ਨਿਗਾਹ, ਸਾਡੇ ਪ੍ਰਭੂ ਯਿਸੂ ਮਸੀਹ ਦੀ ਨਿਗਾਹ ਉਸ ਵਿਧਵਾ ਔਰਤ ਦੇ ਉੱਤੇ ਸੀ ਜੋ ਕੁਛ ਪਾ ਰਹੀ ਸੀ। ਤੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਸਾਰਿਆਂ ਤੋਂ ਜ਼ਿਆਦਾ ਇਸਨੇ ਪਾਇਆ ਹੈ ਉਸ ਗੱਲੇ ਦੇ ਵਿੱਚ, ਕਿਉਂਕਿ ਜੋ ਕੁਛ ਵੀ ਇਹਦੇ ਕੋਲ ਸੀ ਇਹਨਾਂ ਆਪਣੇ ਥੋੜ੍ਹੇ ਦੇ ਅਨੁਸਾਰ ਵੀ ਸਾਰਾ ਕੁਛ ਸਾਨੂੰ ਦੇ ਦਿੱਤਾ ਹੈ। ਸੋ ਮੇਰੇ ਭੈਣੋ ਭਰਾਵੋ, ਸਾਡਾ ਪਰਮੇਸ਼ਰ ਕਿਸੇ ਦਾ ਕਰਜ਼ਦਾਰ ਨਹੀਂ ਹੈ। ਜੇ ਤੁਸੀਂ ਪਰਮੇਸ਼ਰ ਨੂੰ ਪਹਿਲਾ ਨੰਬਰ 1 ਦੇਵੋਗੇ, ਜਿੱਦਾਂ ਵਿਧਵਾ ਔਰਤ ਨੇ ਨੰਬਰ 1 ਪਹਿਲਾਂ ਕਹਿੰਦਾ ਆਪਣੇ ਨਬੀ ਨੂੰ ਕਿਹਾ ਕਿ ਪਹਿਲਾਂ ਤੂੰ ਮੈਨੂੰ ਪਕਾ ਕੇ ਦੇਈਂ। ਜੇ ਆਪਾਂ ਵੀ ਪਹਿਲਾਂ ਪਰਮੇਸ਼ਰ ਨੂੰ ਨੰਬਰ 1 ਰੱਖਾਂਗੇ, ਸਾਡੇ ਘਰ ਵਿੱਚ ਵੀ ਕਿਸੇ ਚੀਜ਼ ਦੀ ਥੋੜ ਨਹੀਂ ਹੋਵੇਗੀ। ਸਾਡੇ ਘਰ ਵਿੱਚ ਵੀ ਪਰਮੇਸ਼ਰ ਦੀਆਂ ਬਰਕਤਾਂ ਹੋਣਗੀਆਂ, ਜੇਕਰ ਆਪਾਂ ਵੀ ਉਹਨੂੰ ਨੰਬਰ 1 ਦੇਵਾਂਗੇ, ਤਾਂ ਨੰਬਰ 1 ਰੱਖਾਂਗੇ ਤਾਂ। ਸੋ ਆਪਾਂ ਨੂੰ ਨੰਬਰ 1 ਰੱਖਣ ਦੀ ਲੋੜ ਹੈ। ਪਰਮੇਸ਼ਰ ਦੇ ਰਾਜ ਨੂੰ ਵਧਾਉਣ ਵਾਸਤੇ ਆਗਿਆਕਾਰੀ ਤੇ ਟਰੁੱਸ ਬਣਨ ਦੀ ਲੋੜ ਹੈ। ਸਾਨੂੰ ਪਰਮੇਸ਼ਰ ਵਿੱਚ ਪਰਮੇਸ਼ਰ ਦੇ ਕਲਾਮ ਨੂੰ ਆਪਾਂ ਫੈਲਾਉਣਾ ਹੈ, ਪਰਮੇਸ਼ਰ ਰਾਜ ਨੂੰ ਵਧਾਉਣਾ ਹੈ ਗਾਹਾਂ, ਤੇ ਆਪਾਂ ਨੂੰ ਪਰਮੇਸ਼ਰ ਦੇ ਕਹਿਣੇ ਵਿੱਚ ਰਹਿਣ ਦੀ ਲੋੜ ਹੈ। ਜੋ ਵਿਧਵਾ ਸੀ ਉਹ ਬੇਆਸਾ ਹੋਣ ਲੱਗੀ ਸੀ,
ਪਰ ਉਹਦੀ ਆਸ ਮੁੜ ਕੇ ਫਿਰ ਜਿਉਂਦੀ ਹੋ ਗਈ। ਇਹ ਸਾਡਾ ਪਰਮੇਸ਼ਰ ਹੈ। ਸਾਡਾ ਪ੍ਰਭੂ ਜਿੱਥੇ ਅੰਨ ਹੋਣਾ ਹੁੰਦਾ ਹੈ ਉੱਥੇ ਹੋਣਾ ਬਣਾ ਦਿੰਦਾ ਹੈ। ਸਾਡਾ ਪ੍ਰਭੂ ਬਰਕਤਾਂ ਦੇਣ ਵਾਲਾ ਪਰਮੇਸ਼ਰ ਹੈ। ਜਿੱਥੇ ਥੋੜਾ ਹੈ ਉੱਥੇ ਸਾਡਾ ਪਰਮੇਸ਼ਰ ਜ਼ਿਆਦਾ ਕਰ ਸਕਦਾ ਹੈ। ਦੇਖੋ ਮੇਰੇ ਭੈਣੋ ਭਰਾਵੋ, ਮੈਂ ਦੱਸਣਾ ਚਾਹੁੰਦਾ ਕਿ ਸਾਡਾ ਪ੍ਰਭੂ ਚੰਗਾ ਪ੍ਰਭੂ ਹੈ। ਸਾਡਾ ਪ੍ਰਭੂ ਬਰਕਤਾਂ ਦੇਣ ਵਾਲਾ ਪ੍ਰਭੂ ਹੈ, ਪਰਮੇਸ਼ਵਰ ਹੈ। ਸਾਡਾ ਪ੍ਰਭੂ ਮੁਕਤੀ ਦਾਤਾ ਹੈ। ਜੇਕਰ ਤੁਸੀਂ ਅੱਜ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰੋਗੇ, ਜੇ ਤੁਹਾਡੇ ਘਰ ਵਿੱਚ ਬਰਕਤਾਂ ਹੈ ਨਹੀਂ, ਤੁਹਾਡੇ ਘਰ ਵਿੱਚ ਹਮੇਸ਼ਾ ਥੋੜੀ ਰਹਿੰਦੀ ਹੈ, ਤੇ ਤੁਸੀਂ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਦਾ ਪਹਿਲਾ ਹਿੱਸਾ ਬਣਾ ਲਓ। ਤੁਸੀਂ ਉਹਨੂੰ ਆਪਣਾ ਮੁਕਤੀ ਦਾਤਾ ਬਣਾ ਲਓ। ਪਹਿਲਾਂ ਆਪਣੇ ਪਾਪਾਂ ਦਾ ਇਕਰਾਰ ਕਰੋ ਪਰਮੇਸ਼ਰ ਦੇ ਮੂਹਰੇ, ਤਾਂ ਕਿ ਤੁਹਾਡੇ ਪਾਪ ਸਾਰੇ ਮਾਫ ਕਰ ਸਕੇ। ਉਹਨੇ ਤੁਹਾਡੇ ਵਾਸਤੇ ਖੂਨ ਬਹਾਇਆ ਹੋਇਆ ਹੈ, ਉਹਨੇ ਕ੍ਰੋਸ ਦੇ ਉੱਪਰ ਚੜ੍ਹ ਕੇ ਜਾਨ ਦਿੱਤੀ ਹੋਈ ਹੈ, ਤਾਂ ਕਿ ਤੁਸੀਂ ਉਹਦੇ ਕੋਲੋਂ ਮੁਕਤੀ ਹਾਸਲ ਕਰਕੇ ਉਹਦੀਆਂ ਬਰਕਤਾਂ ਦੇ ਸਾਂਝੀ ਬਣ ਸਕੋ। ਇਹ ਨਬੀ ਸੀ ਤੇ ਵਿਧਵਾ ਔਰਤ ਸੀ। ਇਹਨਾਂ ਦਾ ਵਿਸ਼ਵਾਸ ਪਰਮੇਸ਼ਰ ਉੱਤੇ ਬਹੁਤ ਸੀ। ਤੁਹਾਡਾ ਵਿਸ਼ਵਾਸ ਅੱਜ ਕਿਹੋ ਜਿਹਾ ਹੈ? ਆਮੀਨ।